ਇਹ ਜਿਹੜੀ ਰਾਉਂਡ ਅਪ ਕਿੰਨੀ ਖਤਰਨਾਕ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਇਸ ਕੈਮੀਕਲ ਦਾ ਜਿਹੜਾ ਪ੍ਰਯੋਗ ਕੀਤਾ ਗਿਆ ਸੀ, ਹਰਬੀਸਾਈਡ ਦਾ, ਪਹਿਲੀ ਵਾਰੀ ਹਰਬੀਸਾਈਡ ਦਾ ਇਸਤੇਮਾਲ ਕੀਤਾ ਗਿਆ ਸੀ, ਉਹ ਜਦੋਂ 1962 ਤੋਂ ਲੈ ਕੇ 71 ਦੇ ਵਿੱਚ ਵੀਅਤਨਾਮ ਤੇ ਯੂਐਸ ਦਾ ਜਦੋਂ ਜੰਗ ਚੱਲ ਰਿਹਾ ਸੀ ਤਾਂ ਯੂਐਸ ਆਰਮੀ ਜਿਹੜੀ ਗੁਰੀਲਾ ਵਾਰ ਤੋਂ ਹਾਰ ਰਹੀ ਸੀ, ਕਿਉਂਕਿ ਉਹਨਾਂ ਲਈ ਡਾਇਰੈਕਟ ਜਿਹੜਾ ਸੀਗਾ ਉਹ ਸਾਹਮਣਾ ਤਾਂ ਕਰਨਾ ਆਸਾਨ ਸੀ, ਔਰ ਲੇਕਿਨ ਵੀਅਤਨਾਮ ਦੇ ਜਿਹੜੇ ਗੁਰੀਲਾ ਸੀ ਜਾਂ ਉਹਨਾਂ ਦੀ ਆਰਮੀ ਸੀ, ਉਹਦੇ ਕੋਲ ਇੰਨੀ ਵੱਡੀ ਆਰਮੀ ਨਹੀਂ ਸੀ, ਇੰਨੇ ਵੱਡੇ ਟੈਕਨੀਕਲ ਉਹਨਾਂ ਕੋਲੇ ਸਾਧਨ ਨਹੀਂ ਸਨ ਕਿ ਉਹ ਸਾਹਮਣੇ ਉਹ ਲੜ ਸਕਦੇ ਉਹਨਾਂ ਦੇ। ਤਾਂ ਉਹਨਾਂ ਨੇ ਗੁਰੀਲਾ ਵਾਰ ਦਾ ਸਹਾਰਾ ਲਿਆ। ਉਹ ਅਕਸਰ ਹੀ ਵਾਰ ਕਰਕੇ ਉਸ ਤੋਂ ਬਾਅਦ ਜੰਗਲਾਂ ਜਾ ਕੇ ਛੁਪ ਜਾਂਦੇ ਸਨ। ਇੱਕ ਤਾਂ ਕੱਦ ਤੋਂ ਥੋੜੇ ਛੋਟੇ ਸਨ, ਪਤਲੇ ਸਨ, ਤਾਂ ਉਹ ਫੁਰਤੀਲੇ ਵੀ ਸੀ ਕਿ ਬੜੇ ਜਲਦੀ ਉੱਥੇ ਜਾ ਕੇ ਉਹ ਛੁਪ ਜਾਂਦੇ ਸਨ। ਤਾਂ ਫਿਰ ਯੂਐਸ ਆਰਮੀ ਨੇ ਇੱਕ ਹੱਲ ਲੱਭਿਆ ਕਿ ਕਿਉਂ ਨਾ ਅਸੀਂ ਇਹਨਾਂ ਦੀ ਫੂਡ ਚੇਨ ਨੂੰ ਅਸੀਂ ਤੋੜ ਦਈਏ। ਅਸੀਂ ਇਹਨਾਂ ਦੀ ਇੱਕ ਤਾਂ ਫੂਡ ਚੇਨ ਨੂੰ ਤੋੜਿਆ ਜਾਵੇ, ਦੂਸਰਾ ਇਸ ਦਾ ਜਿਹੜੇ ਜੰਗਲ ਹਨ, ਜੰਗਲਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਵੇ ਤਾਂ ਕਿ ਈਜ਼ੀਲੀ ਉਹਨਾਂ ਤੇ ਬੰਬਿੰਗ ਕੀਤੀ ਜਾ ਸਕੇ, ਅਸੀਂ ਉਹਨਾਂ ਤੇ ਈਜ਼ੀਲੀ ਹਥਿਆਰਾਂ ਨਾਲ ਵਾਰ ਕੀਤੀ ਜਾ ਸਕੇ, ਬਾਈ 에ਅਰ ਸਟ੍ਰਾਈਕ ਕੀਤੀਆਂ ਜਾ ਸਕਣ ਉਹਨਾਂ ਦੇ ਉੱਤੇ। ਤਾਂ ਯੂਐਸ ਆਰਮੀ ਨੇ ਡਾਓ ਕੈਮੀਕਲਸ ਐਂਡ ਮਨਸੈਂਟੋ ਨੂੰ ਕੰਪੈਲ ਕੀਤਾ ਕਿ ਤੁਸੀਂ ਸਾਡੇ ਲਈ ਇਹ ਜਿਹੜੀ ਹਰਬੀਸਾਈਡ ਵੀਡੀਸਾਈਡ ਉਹ ਤਿਆਰ ਕਰੋ। ਉਹਦੇ ਵਿੱਚ ਇਹ ਐਸਟੀਮੇਟ ਹੈਗਾ ਕਿ ਮਨਸੈਂਟੋ ਤੇ ਡਾਓ ਨੇ ਦੋਵਾਂ ਨੇ ਮਿਲ ਕੇ ਅਰਜੈਂਸੀ ਦੇ ਵਿੱਚ 50 ਮਿਲੀਅਨ ਲੀਟਰ ਜਿਹੜੀ ਹੈਗੀ ਆ ਉਹ ਯੂਐਸ ਆਰਮੀ ਨੂੰ ਸਪਲਾਈ ਦਿੱਤੀ ਤੇ ਉਹ ਉਹਨਾਂ ਜੰਗਲਾਂ ਦੇ ਵਿੱਚ ਸਿੱਟਿਆ ਗਿਆ। ਇੱਕ ਰਫ ਐਸਟੀਮੇਟ ਹੈਗਾ, ਕੋਈ ਫਿਕਸ ਐਸਟੀਮੇਟ ਨਹੀਂ, ਇੱਕ ਆਈਡੀਆ ਹੈਗਾ ਕਿ ਇੰਨਾ ਸਿੱਟਿਆ ਗਿਆ ਉਹਦੇ ਵਿੱਚ। ਤਾਂ ਦੋਸਤੋ ਉਹਦੇ ਵਿੱਚ ਬਹੁਤ ਸਾਰੇ ਜੰਗਲ ਸੀ ਜਿਹੜੇ ਉਹ ਤਬਾਹ ਕੀਤੇ ਗਏ, ਵੈਜੀਟੇਸ਼ਨ ਨੂੰ ਤਬਾਹ ਕੀਤਾ ਗਿਆ। ਹਾਲਾਂਕਿ ਉਹ ਜੰਗ ਦੇ ਨਤੀਜੇ ਕੀ ਹੋਏ ਅਸੀਂ ਫੇਰ ਕਦੇ ਡਿਸਕਸ ਕਰਾਂਗੇ, ਲੇਕਿਨ ਉਹਦੇ ਪਾਸਟ ਇਫੈਕਟ ਜਦੋਂ ਯੂਐਸ ਉੱਥੋਂ ਨਿਕਲ ਗਿਆ ਵੀਅਤਨਾਮ ਦੇ ਵਿੱਚੋਂ, ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਉੱਥੇ ਪਹੁੰਚੀਆਂ। ਉਹਨਾਂ ਨੇ ਦੇਖਿਆ ਕਿ ਅਮਰੀਕਾ ਨੇ ਉੱਥੇ ਰਸਾਇਣਿਕ ਹਥਿਆਰਾਂ ਦਾ, ਇੱਕ ਤਰ੍ਹਾਂ ਦੇ ਰਸਾਇਣਿਕ ਹਥਿਆਰ ਦਾ ਵਰਤੋਂ ਕੀਤੀ ਹੈ। ਤੁਸੀਂ ਜਾਣਦੇ ਹੋਵੋਗੇ ਕਿ ਇਰਾਕ ਤੇ ਈਰਾਨ ਦੇ ਵਿੱਚ ਯੂਐਸ ਨੇ ਇਸ ਕਰਕੇ ਅਟੈਕ ਕਰਦਾ ਰਿਹਾ ਕਿ ਇਹਨਾਂ ਕੋਲੇ ਰਸਾਇਣਿਕ ਹਥਿਆਰ ਹਨ, ਕਿਸੇ ਟਾਈਮ ਤੇ ਵੀ ਖਤਰਨਾਕ ਹੋ ਸਕਦੇ, ਲੇਕਿਨ ਪਹਿਲੀ ਵਾਰੀ ਰਸਾਇਣਿਕ ਹਥਿਆਰ ਜਿਹੜਾ ਸੀ ਉਹ ਯੂਐਸ ਆਰਮੀ ਨੇ ਵਰਤਿਆ ਸੀ। ਉਹਦੇ ਵਿੱਚ ਜਦੋਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਉੱਥੇ ਵੀਅਤਨਾਮ ਦੇ ਵਿੱਚ ਪਹੁੰਚਦੀਆਂ, ਉਹ ਐਸਟੀਮੇਟ ਚੈੱਕ ਕਰਦੀਆਂ, ਲੋਕਾਂ ਦੀਆਂ ਪ੍ਰੋਬਲਮਸ ਚੈੱਕ ਕਰਦੀਆਂ, ਤਾਂ ਉੱਥੇ ਦੇਖਦੀਆਂ ਕਿ ਬਹੁਤ ਸਾਰੇ ਬਰਥ ਡਿਫੈਕਟਸ ਜਿਹੜੇ ਹੈਗੇ ਆ ਉਹ ਪੈਦਾ ਹੋ ਰਹੇ ਆ, ਲੋਕਾਂ ਦੇ ਗੁਰਦੇ ਫੇਲ ਹੋ ਰਹੇ ਆ, ਕੈਂਸਰ ਨਾਲ ਮਰ ਰਹੇ ਆ, ਸਭ ਕੁਝ ਹੋ ਰਿਹਾ। ਤੇ ਇੱਕ ਐਸਟੀਮੇਟ ਲਾਇਆ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ ਰੈੱਡ ਕ੍ਰਾਸ ਵੀਅਤਨਾਮ ਨੇ ਇੱਕ ਐਸਟੀਮੇਟ ਲਾਇਆ ਕਿ ਅਪਰੋਕਸ ਜਿਹੜੇ ਹੈਗੇ ਆ 5 ਮਿਲੀਅਨ ਲੋਕ ਜਿਹੜੇ ਐਕਸਪੋਜ਼ਡ ਹੋਏ, ਯਾਨੀ 50 ਲੱਖ ਲੋਕ ਜਿਹੜੇ ਉਤੋਂ ਐਕਸਪੋਜ਼ ਹੋਏ ਆ ਇਸ ਕੈਮੀਕਲ ਤੋਂ। ਐਂਡ ਜਿਹੜੇ 3 ਮਿਲੀਅਨ ਲੋਕ ਜਿਹੜੇ ਉਹ ਸੀਵੀਅਰ ਉਹਨਾਂ ਨੂੰ ਇਲਨੈਸ ਹੋਈ ਹੈ, ਕਿਸੇ ਨੂੰ ਕਿਡਨੀ ਫੇਲੀਅਰ, ਹਾਰਟ ਫੇਲੀਅਰ, ਜਿਹੜੀ ਬ੍ਰੈਸਟ ਕੈਂਸਰ, ਬ੍ਰੇਨ ਕੈਂਸਰ ਜਾਂ ਡਿਪਰੈਸ਼ਨ, ਡਾਇਬਟੀਜ਼, ਹਾਰਟ ਡਿਜ਼ੀਜ਼, ਇਹ ਸਾਰੀਆਂ ਹੋਈਆਂ। ਬਰਥ ਡਿਫੈਕਟ ਹੋਏ, ਸਟਿਲ ਬਰਥ ਹੋਏ, ਯਾਨੀ ਮਰੇ ਹੋਏ ਬੱਚੇ ਪੈਦਾ ਹੋਏ, ਸਤਮਾਏ ਬੱਚੇ ਪੈਦਾ ਹੋਏ, ਇਹ ਸਾਰੀਆਂ, ਜਾਂ ਵੱਡੇ ਦਿਮਾਗ ਨਾਲ ਵੱਡੇ ਸਿਰਾਂ ਵਾਲੇ ਬੱਚੇ ਪੈਦਾ ਹੋਏ, ਰੀੜ ਦੀ ਹੱਡੀ ਦੇ ਉੱਤੇ ਜਿਹੜੇ ਸੀਗੇ ਫੋੜਿਆਂ ਵਾਲੇ ਬੱਚੇ ਪੈਦਾ ਹੋਏ, ਜਿਹਨੂੰ ਸਪਾਈਨਲ ਬਾਈਫਿਡਾ ਦਾ ਨਾਮ ਕਿਹਾ ਜਾਂਦਾ। ਤੇ ਇਸ ਤਰ੍ਹਾਂ ਦੇ ਲੋਕ ਉੱਥੇ ਉਹ ਬੱਚੇ ਜਦੋਂ ਪੈਦਾ ਹੋਏ, ਤਾਂ ਉਹਦੇ ਵਿੱਚ ਇੱਕ ਐਸਟੀਮੇਟ ਲਾਇਆ ਜਾਂਦਾ ਕਿ 1 ਮਿਲੀਅਨ ਲੋਕ ਜਿਹੜੇ ਸੀਗੇ, ਜਿਹੜੇ 1 ਮਿਲੀਅਨ ਲੋਕ ਯਾਨੀ 11 ਲੱਖ ਲੋਕ ਜਿਹੜੇ ਸੀਗੇ, 10 ਤੋਂ ਲੈ ਕੇ 11 ਲੱਖ ਲੋਕ, ਉਹਨਾਂ ਨੇ ਇੱਕ ਆਈਡੀਆ ਲਾਇਆ ਜਾ ਰਿਹਾ ਹੈ ਕਿ ਇੰਨੇ ਲੋਕ ਸੀ ਜਿਹੜੇ ਉਹ ਡਿਸੇਬਿਲਿਟੀ ਨਾਲ ਪੈਦਾ ਹੋਏ, ਉਹਨਾਂ ਨੂੰ ਕੋਈ ਨਾ ਕੋਈ ਡਿਸੇਬਿਲਿਟੀ ਹੋਈ। ਤਾਂ ਇਹ ਡਾਟਾ ਜਿਹੜਾ ਹੈਗਾ ਉਹ ਜਾਪਾਨ ਦਾ ਹੀਰੋਸ਼ੀਮਾ ਤੇ ਨਾਗਾਸਾਕੀ ਨੂੰ ਵੀ ਪਿੱਛੇ ਛੱਡਦਾ ਹੈ। ਇਹ ਕਿਹਾ ਜਾ ਸਕੇ ਤੇ ਦੂਸਰਾ ਕਹਿਰ ਵਰਪਾਇਆ, ਜਿਸ ਨੂੰ ਕਿਸੇ ਵੀ ਮੀਡੀਆ ਦੁਆਰਾ ਉਸ ਤਰੀਕੇ ਨਾਲ ਨਹੀਂ ਉਭਾਰਿਆ ਗਿਆ, ਕਿਉਂਕਿ ਉਸ ਵਕਤ ਜਿਹੜਾ ਸੀ ਮੀਡੀਆ ਹਾਊਸਸ ਦੇ ਉੱਤੇ ਉਹ ਯੂਐਸ ਦਾ ਕਬਜ਼ਾ ਸੀ। ਇਸ ਕਰਕੇ ਬਹੁਤ ਸਾਰੀਆਂ ਏਜੰਸੀਆਂ ਨੂੰ ਵੀ ਉਹ ਜਿਹੜੀ ਜਾਣਕਾਰੀ ਸੀ ਉਹ ਛੁਪਾਈ ਜਾਂਦੀ ਸੀ। ਉਦੋਂ ਇੰਟਰਨੈਟ ਦਾ ਇੰਨਾ ਜ਼ਮਾਨਾ ਨਹੀਂ ਸੀ, ਸੋ ਬਹੁਤ ਸਾਰੀਆਂ ਜਿਹੜੀਆਂ ਉੱਥੋਂ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਨੂੰ ਉਹਨੂੰ ਹੈਵੀਲੀ ਫੰਡਿੰਗ ਕੀਤੀ ਗਈ ਯੂਐਸ ਦੁਆਰਾ, ਤਾਂ ਕਿ ਉਹ ਜਿਹੜੀ ਅਸਲੀ ਸੱਚਾਈ ਨੂੰ ਰੋਕਿਆ ਜਾ ਸਕੇ। ਲੇਕਿਨ ਫਿਰ ਵੀ ਰੈੱਡ ਕ੍ਰਾਸ ਵੀਅਤਨਾਮ ਨੇ ਇੱਕ ਛੋਟਾ ਇੱਕ ਡਾਟਾ ਉਹ ਦੱਸਿਆ। ਤਾਂ ਦੋਸਤੋ ਇਹ ਸੀ ਉਸ ਏਜੰਟ ਔਰੇਂਜ ਦੀ ਕਹਾਣੀ। ਉਸ ਤੋਂ ਬਾਅਦ ਜਦੋਂ ਮਨਸੈਂਟ ਇਹਨੂੰ ਪੂਰੀ ਦੁਨੀਆ 'ਚ ਬੈਨ ਕਰ ਦਿੱਤਾ ਗਿਆ, ਏਜੰਟ ਔਰੇਂਜ ਨੂੰ ਦੁਬਾਰਾ ਤੋਂ ਬਣਾਉਣਾ ਬੰਦ ਕੀਤਾ, ਲੇਕਿਨ ਮਨਸੈਂਟੋ ਕੋਲੇ ਤਾਂ ਉਹ ਸਟਾਕ ਪਿਆ ਸੀ, ਡਾਊਸ ਕੋਲੇ ਪੂਰਾ ਸਟਾਕ ਪਿਆ ਸੀ, ਤੇ ਮਨਸੈਂਟੋ ਨੂੰ ਇਸ ਨੂੰ ਪੈਟੈਂਟ ਕਰਾ ਲਿਆ ਰਾਉਂਡ ਅਪ ਦੇ ਨਾਂ ਨਾਲ।
1974 ਦੇ ਵਿੱਚ। ਤਾਂ ਰਾਉਂਡ ਅਪ ਜਿਹੜੀ ਸੀਗੀ ਉਹ ਹਰਬੀਸਾਈਡ ਵੀਡੀਸਾਈਡ ਦੇ ਰੂਪ ਵਿੱਚ ਵਰਤੀ ਜਾਂਦੀ ਸੀ, ਉਹ ਘਾਹ ਬਾਲਣ ਵਾਲੀ ਸਪਰੇਅ ਦੇ ਨਾਲ ਵਰਤੀ ਜਾਂਦੀ ਸੀ। ਐਂਡ ਯੂਐਸ ਦੇ ਵਿੱਚ ਜਿੱਥੇ ਫਸਲਾਂ ਦੇ ਇੱਥੇ ਹਜ਼ਾਰ ਏਕੜ ਦੇ ਫਾਰਮ ਹਨ, 1200 ਏਕੜ ਦੇ 2000 ਏਕੜ ਦੇ ਫਾਰਮ ਹਨ, ਉੱਥੇ ਇੱਕੋ ਤਰ੍ਹਾਂ ਦੀ ਫਸਲ ਬੀਜੀ ਜਾਂਦੀ ਹੈ ਜਦੋਂ, ਤਾਂ ਉਹਨੂੰ ਇੱਕੋ ਸਮੇਂ ਦੇ ਵਿੱਚ ਪਕਾਇਆ ਜਾਂਦਾ ਸੀ। ਇੱਕੋ ਸਮੇਂ 'ਚ ਪਕਾਉਣ ਲਈ ਉੱਥੇ ਰਾਉਂਡ ਅਪ ਨੂੰ ਵੀ ਵਰਤਿਆ ਗਿਆ। ਤਾਂ ਉਹ ਜਦੋਂ ਅੱਡ ਕੰਟਰੀਆਂ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਜਦੋਂ ਵਰਤਿਆ ਜਾਣ ਲੱਗਿਆ, ਕਿਉਂਕਿ ਇਸ ਬਾਰੇ ਕੋਈ ਸੇਫ ਡਾਟਾ ਨਹੀਂ ਸੀ, ਜਦੋਂ ਡਾਟਾ ਬਾਹਰ ਆਏ ਕਿ ਇਹ ਤਾਂ ਬਹੁਤ ਖਤਰਨਾਕ ਹੈ ਤੇ ਇਹ ਤਾਂ ਜਿੱਥੇ ਜਿੱਥੇ ਪਹੁੰਚੇਗਾ ਕੈਮੀਕਲ, ਇਹ 'ਚ ਗਲਾਈਫੋਸੇਟ ਹੁੰਦਾ ਹੈ, ਰਾਉਂਡ ਅਪ ਦੇ ਵਿੱਚ ਗਲਾਈਫੋਸੇਟ ਹੈ। ਗਲਾਈਫੋਸੇਟ ਜਿੱਥੇ ਜਿੱਥੇ ਪਹੁੰਚੇਗਾ ਉੱਥੇ ਡੀਐਨਏ ਨੂੰ ਡਿਫੈਕਟ ਕਰੇਗਾ ਐਂਡ ਬਹੁਤ ਸਾਰੇ ਜਿਹੜੇ ਸੈੱਲ ਦੇ ਸਟਰਕਚਰ ਨੂੰ ਚੇਂਜ ਕਰ ਦੇਗਾ, ਤੁਹਾਡੀ ਬੋਡੀ ਦੇ ਸਾਰੇ ਸਟਰਕਚਰ ਨੂੰ ਵੀ ਚੇਂਜ ਕਰ ਦੇਗਾ। ਸੋ ਇਹ ਸਾਡੀ ਤੁਹਾਡੀ ਬੋਡੀ ਦੀ ਬਾਇਓਕੈਮਿਸਟਰੀ ਨੂੰ ਚੇਂਜ ਕਰ ਦੇਗਾ, ਜਿਸ ਨਾਲ ਤੁਹਾਨੂੰ ਭਿਆਨਕ ਸਿੱਟੇ ਦੇਖਣੇ ਪੈਣਗੇ। ਤਾਂ ਫਿਰ ਇਹਦੇ ਨਤੀਜੇ ਆਣੇ ਸ਼ੁਰੂ ਹੋਏ, ਕੁਝ ਸਟੱਡੀਜ਼ ਆਈਆਂ, ਮਨਸੈਂਟੋ ਨੇ ਉਸ ਨੂੰ ਸਪਰੈਸ ਕੀਤਾ। ਫਿਰ ਕੁਝ ਇੰਡੀਪੈਂਡੈਂਟ ਜਿਹੜੇ ਹੈਲਥ ਐਕਸ਼ਨ ਗਰੁੱਪ ਸੀ ਜਾਂ ਇੰਡੀਪੈਂਡੈਂਟ ਜਿਹੜੀਆਂ ਏਜੰਸੀਆਂ ਸੀ, ਗਵਰਨਮੈਂਟ ਏਜੰਸੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਨਾਈ ਕਰਾਇਆ, ਗਵਰਨਮੈਂਟ ਦੇ ਉੱਪਰ ਪ੍ਰੈਸ਼ਰ ਪਾ ਕੇ, ਜਿਵੇਂ ਵੀ ਕਰਕੇ ਇਹਨਾਂ ਨੇ। ਲੇਕਿਨ ਇੰਡੀਪੈਂਡੈਂਟ ਕੁਝ ਏਜੰਸੀਜ਼ ਜਿਹੜੀਆਂ ਆਈਆਂ, ਉਹਨਾਂ ਨੇ ਇਹ ਸਟੱਡੀ ਕੀਤੀ ਕਿ ਇਹਦੇ ਸਾਈਡ ਇਫੈਕਟ ਇਹ ਨੇ ਕਿ ਜਿੱਥੇ ਜਿੱਥੇ ਰਾਉਂਡ ਅਪ ਯਾਨੀ ਗਲਾਈਫੋਸੇਟ ਦਾ ਇਸਤੇਮਾਲ ਜਿੱਥੇ ਜਿੱਥੇ ਹੋਇਆ ਹੈ, ਉੱਥੇ ਆਟਿਜ਼ਮ ਨਾਲ ਬੱਚੇ, ਪੀੜਤ ਬੱਚੇ, ADHD, ਕਿਡਨੀ ਫੇਲੀਅਰ, ਬ੍ਰੈਸਟ ਕੈਂਸਰ, ਬ੍ਰੇਨ ਕੈਂਸਰ, ਜਿਹੜੀ ਕਣਕ ਤੋਂ ਐਲਰਜੀ, ਡਾਇਬਟੀਜ਼, ਹਾਈਪਰਥਾਇਰਾਇਡ ਐਂਡ ਜਿਹੜੀ ਪ੍ਰੈਗਨੈਂਸੀਜ਼ ਨਾਲ ਰਿਲੇਟਡ ਸਮੱਸਿਆ, ਇਨਫਰਟੀਲਿਟੀ, ਰੀਪਰੋਡਕਟਿਵ ਹੈਲਥ ਪ੍ਰੋਬਲਮਸ, ਇਹ ਸਮੱਸਿਆ ਵੀ ਉੱਥੇ ਵਧੀਆਂ। ਹੁਣ ਤੁਹਾਨੂੰ ਇਹ ਲੱਗ ਰਿਹਾ ਹੋਵੇਗਾ ਕਿ ਇਹ ਇੰਨੀਆਂ ਸਮੱਸਿਆ ਜਦੋਂ ਵਧੀਆਂ ਤਾਂ ਲੋਕ ਕੋਰਟ 'ਚ ਗਏ ਹੋਣਗੇ। ਹਾਂ, ਉਹ ਕੋਰਟ 'ਚ ਵੀ ਗਏ, ਬਹੁਤ ਸਾਰੇ ਲੋਕਾਂ ਨੇ ਮਨਸੈਂਟੋ ਦੇ ਉੱਤੇ ਕੇਸਿਸ ਕੀਤੇ, ਬਹੁਤ ਸਾਰੇ ਲੋਕਾਂ ਨੇ ਮਿਲੀਅਨਸ ਐਂਡ ਮਿਲੀਅਨਸ ਡਾਲਰ ਦੇ ਵਿੱਚ ਉਹ ਕੇਸ ਜਿੱਤੇ ਵੀ ਮਨਸੈਂਟੋ ਦੇ ਉੱਤੇ। ਪਿਛਲੇ ਦਿਨੀ ਵੀ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਅਖਬਾਰਾਂ 'ਚ ਚਰਚਾ ਬਣਿਆ ਰਿਹਾ ਸੀ ਕਿ ਅਮਰੀਕਨ ਨੇ ਮਨਸੈਂਟੋ ਕੰਪਨੀ ਦੇ ਉੱਤੇ ਕੇਸ ਕੀਤਾ, ਜਿਸ 'ਚ ਉਸ ਨੂੰ ਕੁਝ ਮਿਲੀਅਨ ਡਾਲਰਸ ਜਿਹੜੇ ਸੀ ਉਸ ਨੂੰ ਐਜ ਏ ਹਜਰਾਨੇ ਤੌਰ ਤੇ ਮਨਸੈਂਟੋ ਨੂੰ ਪਏ। ਤੇ ਬਹੁਤ ਸਾਰੇ ਲੋਕਾਂ ਨੇ ਜਦੋਂ ਇੱਥੇ ਕੇਸ ਕਰਨੇ ਸ਼ੁਰੂ ਕੀਤੇ ਕਿ ਅਸੀਂ ਤੁਹਾਡੇ ਕਾਰਨ ਇਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਤਾਂ ਦੋਸਤੋ 2018 ਦੇ ਵਿੱਚ ਤੱਕ ਆਉਂਦਿਆਂ ਬਹੁਤ ਸਾਰੇ ਦੇਸ਼ਾਂ ਨੇ ਜਦੋਂ ਇਹਦੇ ਭਿਆਨਕ ਰਿਜ਼ਲਟ ਦੇਖੇ ਤਾਂ ਬਹੁਤ ਸਾਰੇ ਕੰਟਰੀਆਂ ਨੇ ਇਸ ਨੂੰ ਬੈਨ ਕੀਤਾ। ਉਹਦੇ ਵਿੱਚੋਂ ਪਹਿਲਾ ਕੰਟਰੀ ਆਸਟ੍ਰੇਲੀਆ ਸੀ, ਉਸ ਤੋਂ ਬਾਅਦ ਅਰਜਨਟੀਨਾ, ਆਸਟਰੀਆ, ਬੈਲਜੀਅਮ, ਸ਼੍ਰੀਲੰਕਾ, ਫਰਾਂਸ, ਬਹਿਰੀਨ, ਕੈਨੇਡਾ, ਬ੍ਰਾਜ਼ੀਲ, ਡੈਨਮਾਰਕ, ਇਹਨਾਂ ਨੇ ਵੀ ਇਸ ਨੂੰ ਬੈਨ ਕੀਤਾ। ਔਰ ਇੰਡੀਆ ਦੇ ਵਿੱਚ ਦੋਸਤੋ ਹਜੇ ਵੀ ਰਾਉਂਡ ਅਪ ਜਿਹੜੀ ਆ ਉਹ ਚੱਲ ਰਹੀ ਹੈ। ਔਰ ਚੱਲ ਪਤਾ ਕਿੱਥੇ ਰਹੀ ਹੈ? ਦਵਾਈਆਂ ਵਾਲੀ ਦੁਕਾਨਾਂ ਤੇ ਘੱਟ ਚੱਲ ਰਹੀ ਹੈ। ਇਹ ਸਾਡੀਆਂ ਜਿਹੜੀਆਂ ਆਨਲਾਈਨ ਜਿਹੜੀਆਂ ਸੇਲ ਕੰਪਨੀਆਂ ਹੈਗੀਆਂ, ਜਿਵੇਂ ਫਲਿੱਪਕਾਰਟ, ਐਮਾਜ਼ਨ, ਮੈਂ ਤਾਂ ਉਹ ਤੇ ਵੀ ਦੇਖ ਰਿਹਾ ਸੀ ਅੱਜ, ਉਹਦੇ ਉੱਤੇ ਵੀ ਪਈਆਂ ਨੇ ਇਹ ਦਵਾਈਆਂ, ਆਨਲਾਈਨ ਵੀ ਮਿਲ ਰਹੀਆਂ ਨੇ। ਤਾਂ ਰਾਉਂਡ ਅਪ ਨੂੰ ਬੇਸ਼ੱਕ ਇੰਡੀਆ ਦੇ ਵਿੱਚ ਜਦੋਂ ਜੈਸਮੀਨ ਸਿੰਘ ਨਾਂ ਦੇ ਇੱਕ ਜਰਨਲਿਸਟ ਨੇ ਬਹੁਤ ਸਾਰੇ ਮੀਡੀਆ ਹਾਊਸਿਸ ਦੇ ਲਈ ਜੇ ਕੰਮ ਕੀਤਾ, ਔਰ ਉਸ ਨੇ ਇੱਕ ਸੀਰੀਜ਼ ਛਾਪੀ ਸੀ ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ ਦੇ ਪਿੰਡਾਂ ਦੇ ਜਿੱਥੇ ਕਾਟਨ ਦੀ ਬੈਲਟ ਸੀ, ਕਿਉਂਕਿ BT ਕਾਟਨ ਸੀ ਜਿਹੜਾ ਸਭ ਤੋਂ ਪਹਿਲਾਂ ਮਨਸੈਂਟੋ ਦੁਆਰਾ, BT ਜਿਹੜੀ ਸੀਗੀ ਉਹ ਮਨਸੈਂਟੋ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ। ਤੇ ਜਿੱਥੇ BT ਜਾਊਗਾ ਉੱਥੇ ਹਰਬੀਸਾਈਡ ਵੀ ਜਾਊਗੀ, ਜਾਨੀ ਉੱਥੇ ਰਾਉਂਡ ਅਪ ਵੀ ਜਾਊਗੀ। ਤੇ ਰਾਉਂਡ ਅਪ ਨੇ ਉੱਥੇ ਜਾ ਕੇ ਘਾਹ ਬਾਲਣ ਸਪਰੇਆਂ ਉੱਥੇ ਕੀਤੀਆਂ। ਤੇ ਉਸ ਤੋਂ ਬਾਅਦ ਉਹਨਾਂ ਪਿੰਡਾਂ ਦਾ ਜਦੋਂ ਦੌਰਾ ਕੀਤਾ ਤਾਂ ਉਹਨਾਂ ਪਿੰਡਾਂ ਦੇ ਸਾਹਮਣੇ ਨਿਕਲ ਕੇ ਆਏ ਕਿ ਇੱਕ ਪਿੰਡ ਦੇ ਵਿੱਚ 15 ਤੋਂ ਲੈ ਕੇ ਉਹ 30 ਬੱਚੇ ਜਿਹੜੇ ਆ ਉਹ ਬਰਥ ਡਿਫੈਕਟ ਦੇ ਨਾਲ ਕਿਸੇ ਨਾ ਕਿਸੇ ਡਿਸੇਬਿਲਿਟੀ ਦਾ ਸ਼ਿਕਾਰ ਹਨ। ਸਡਨ ਨੌਜਵਾਨਾਂ ਨੂੰ ਜਿਹੜੇ ਹਾਰਟ ਅਟੈਕ ਹੋ ਰਹੇ ਹਨ, ਨੌਜਵਾਨਾਂ ਦੇ ਗੁਰਦੇ ਫੇਲੀਅਰ ਦੀ ਸਮੱਸਿਆ ਹੈ, ਅਸਥਮਾ, ਐਲਰਜੀਜ਼, ਬ੍ਰੈਸਟ ਕੈਂਸਰ ਹਰ ਪਿੰਡ ਦੇ ਵਿੱਚ ਆਮ ਬਿਮਾਰੀ ਬਣ ਹੋਈ ਹੈ ਕਿ ਹੁਣ ਕੈਂਸਰ ਦੇ ਉੱਤੇ ਬਾਹਲਾ ਰੋਲਾ ਨਹੀਂ ਪੈਂਦਾ ਕਿਉਂਕਿ ਹੁਣ ਇਹ ਆਮ ਬਣ ਗਈ ਹੈ। ਤੇ ਡਾਇਬੀਟੀਜ਼ ਤਾਂ ਹਰ ਇੱਕ ਚੌਥੇ ਬੰਦੇ ਨੂੰ ਡਾਇਬੀਟੀਜ਼ ਹੈ। ਤਾਂ ਇਹ ਜਦੋਂ ਸਾਰੇ ਭਿਆਨਕ, ਈਵਨ ਇੱਕ ਪਿੰਡ ਜਿਹੜਾ ਰੂਪਨਗਰ ਪਿੰਡ ਹੈ, ਉਹਦੇ ਵਿੱਚ ਇੱਕ ਐਸਟੀਮੇਟ ਹੈ ਕਿ 60 ਤੋਂ ਲੈ ਕੇ 70 ਜਿਹੜੇ ਸਿਰਫ ਬ੍ਰੇਨ ਨਾਲ ਰਿਲੇਟਡ ਪ੍ਰੋਬਲਮ ਹੈਗੇ ਨੇ ਉੱਥੇ, ਯਾਨੀ ਮਿਰਗੀ ਦੇ ਦੌਰਿਆਂ ਦੀ ਸ਼ਿਕਾਇਤ ਹੈਗੀ ਹੈ। 60 ਤੋਂ ਉੱਪਰ ਲੋਕ ਹੋਣਗੇ ਜਿਨ੍ਹਾਂ ਨੂੰ ਅਸੀਂ ਉੱਥੇ ਉਸ ਪਿੰਡ 'ਚ ਮਿਲੇ ਕਿ ਉਹਨਾਂ 60 ਤੋਂ 70 ਲੋਕਾਂ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ। ਤਾਂ ਦੋਸਤੋ ਉਹਨਾਂ ਪਿੰਡਾਂ ਦੇ ਵਿੱਚ ਰਾਉਂਡ ਅਪ ਨੂੰ ਬਹੁਤ ਤੇਜ਼ੀ ਨਾਲ ਵਰਤਿਆ ਗਿਆ। ਤੇ ਜੇ ਅਸੀਂ ਇਹ ਕਹਿ ਸਕਦੇ ਹਾਂ ਵੀਅਤਨਾਮ 'ਚ ਇੰਨਾ ਖਤਰਨਾਕ ਅਸਰ ਦਿਖਾ ਸਕਦੀ ਤਾਂ ਇਹਨਾਂ ਕੰਟਰੀ 'ਚ ਵੀ ਦਿਖਾ ਸਕਦੀ ਹੈ। ਤਾਂ ਕਾਹਨ ਸਿੰਘ ਪੰਨੂ ਨੇ ਅਕਤੂਬਰ 2018 ਦੇ ਵਿੱਚ ਇਸ ਨੂੰ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ। ਦੋਸਤੋ ਇਹ ਬੈਨ ਤਾਂ ਹੋਇਆ, ਪਰ ਇਹ ਬੈਨ ਹਵਾਈ ਸੀ, ਇਹ ਛੁਪੇ ਰੂਪ ਦੇ ਵਿੱਚ ਦੁਕਾਨਾਂ ਦੇ ਵਿੱਚ ਆਮ ਮਿਲ ਰਹੀ ਸੀ।
ਤੇ ਹੁਣ ਜਿਹੜੀਆਂ ਆਨਲਾਈਨ ਕੰਪਨੀਆਂ ਨੇ ਇਹਦੀ ਖੁੱਲ ਹੋਰ ਵੀ ਦੇਤੀ ਹੈ ਕਿ ਤੁਸੀਂ ਇਹ ਜਿੱਥੇ ਮਰਜ਼ੀ ਬੈਠ ਕੇ ਰਾਉਂਡ ਅਪ ਨੂੰ ਮੰਗਵਾ ਸਕਦੇ ਹੋ, ਇਹ ਸਪਰੇਆਂ ਕਰ ਸਕਦੇ ਹੋ। ਰਾਉਂਡ ਅਪ ਹੁਣ ਜਿਹੜੀ ਹੈ ਖਤਰਨਾਕ ਹਥਿਆਰ ਇਸ ਤਰ੍ਹਾਂ ਬਣ ਚੁੱਕੀ ਹੈ ਕਿ ਮੂੰਗੀ ਦੀ ਦਾਲਾਂ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਾਡੀਆਂ ਗ੍ਰੇਨਸ ਨੇ ਉਹਨੂੰ ਜਲਦੀ ਪਕਾਉਣ ਵਾਸਤੇ ਉਹਨਾਂ ਦੇ ਉੱਪਰ ਰਾਉਂਡ ਅਪ ਕਰ ਦਿੰਦੇ ਤਾਂ ਕਿ ਇੱਕੋ ਦਿਨ ਉਸ ਨੂੰ ਵੱਢਿਆ ਜਾ ਸਕੇ। ਔਰ ਇਹਦੇ ਉੱਤੇ ਨਾ ਹੀ ਕੋਈ ਐਗਰੀਕਲਚਰ ਡਿਪਾਰਟਮੈਂਟ ਦੁਆਰਾ ਆਈ ਥਿੰਕ ਡਾਇਰੈਕਸ਼ਨਸ ਆ ਰਹੀਆਂ ਨੇ। ਮਨਸੈਂਟੋ ਦੋਸਤੋ, ਮਨਸੈਂਟੋ ਹੁਣ ਜਿਹੜੀ ਹੈ ਉਹ 2018 ਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਮਨਸੈਂਟੋ ਨੂੰ 2018 ਦੇ ਵਿੱਚ ਮਨਸੈਂਟੋ ਇੱਕ ਦੁਨੀਆ ਦੀ ਸਭ ਤੋਂ ਵੱਡੀ ਦਿਓਕਦ ਕੰਪਨੀ ਮੰਨੀ ਜਾਂਦੀ ਸੀ ਤੇ ਉਸ ਤੋਂ ਵੱਡਾ ਜਿਹੜਾ ਦਿਓਕਦ ਜਿਹੜਾ ਕਾਰਪੋਰੇਟ ਘਰਾਣਾ ਹੈ ਉਹ ਹੈ ਬਾਇਰ। ਇਹ ਦੋਨੇ ਹੀ ਬੜੇ ਦੇਖਣ 'ਚ ਬੜੇ ਸਮੂਥ ਲੱਗਦੇ ਨੇ, ਹੈਲਪਿੰਗ ਹੈਂਡ ਲੱਗਦੇ ਨੇ, ਲੇਕਿਨ ਦੋਨੇ ਬੜੇ ਖਤਰਨਾਕ ਘਰਾਣੇ ਨੇ ਜਿਨ੍ਹਾਂ ਦਾ ਕੰਮ ਇੱਕੋ ਇੱਕ ਪੈਸਾ ਹੈ। ਪੈਸਾ ਜਿਹੜਾ ਸੈਂਟਰ ਹੈ, ਬੰਦਾ ਉਹਦੇ 'ਚ ਸੈਂਟਰ ਨਹੀਂ ਹੈ। ਤਾਂ ਉਹਨਾਂ ਨੇ ਮਨਸੈਂਟੋ ਨੂੰ ਜੂਨ 2018 'ਚ ਖਰੀਦ ਲਿਆ। ਜਦੋਂ ਖਰੀਦਿਆ ਤਾਂ ਜਰਮਨੀ ਦੇ ਲੋਕਾਂ ਨੇ ਉੱਥੇ ਬਲੈਕ ਫਲੈਗ ਦਿਖਾਏ ਕਿ ਤੁਸੀਂ ਮਨਸੈਂਟੋ ਵਰਗੀ ਏਡੀ ਗੰਦੀ ਕੰਪਨੀ ਨੂੰ ਕਿਉਂ ਖਰੀਦ ਰਹੇ ਹੋ, ਇਹ ਜਰਮਨੀ ਦੇ ਲੋਕਾਂ ਦੇ ਤਬਾਹ ਹੈ। ਤੇ ਬਾਇਰ ਦੇ ਪ੍ਰਵਕਤਾ ਨੇ ਕਿਹਾ ਸੀ ਕਿ ਮਨਸੈਂਟੋ ਦੇ ਉੱਪਰ ਇੱਕ ਬੁਲਸ਼ਿਟ ਲੱਗੀ ਹੋਈ ਹੈ, ਉਹ ਹੈ ਰਾਉਂਡ ਅਪ, ਔਰ ਅਸੀਂ ਰਾਉਂਡ ਅਪ ਨੂੰ ਜਰਮਨੀ ਦੇ ਵਿੱਚ ਨਹੀਂ ਵੇਚਾਂਗੇ, ਅਸੀਂ ਅਦਰ ਕੰਟਰੀਜ਼ ਦੇ ਲਈ ਵੇਚਾਂਗੇ। ਈਵਨ ਜੀਐਮ ਸੀਡਸ ਦੇ ਪ੍ਰਤੀ ਵੀ ਉਹਨਾਂ ਦਾ ਪ੍ਰੋਮਿਸ ਸੀ ਕਿ ਅਸੀਂ ਜੀਐਮ ਸੀਡਸ ਨੂੰ ਛੇਤੀ ਜਲਦੀ ਇੱਥੇ ਇੰਡੀਆ ਦੇ ਜਰਮਨੀ ਦੇ ਵਿੱਚ ਲਾਂਚ ਨਹੀਂ ਕਰਾਂਗੇ। ਲੇਕਿਨ ਇੰਡੀਆ ਵਰਗੇ ਮੁਲਕਾਂ ਦੇ ਵਿੱਚ ਅੱਜ ਵੀ ਚੱਲ ਰਹੀ ਹੈ। ਸ਼੍ਰੀਲੰਕਾ ਜਿਹਾ ਛੋਟਾ ਜਿਹਾ ਮੁਲਕ ਹੈ ਜਿੱਥੇ ਪੂਰੀ ਤਰ੍ਹਾਂ ਇਹਦੀ ਸੇਲ ਤੇ ਇਹਦੇ ਛਿੜਕਾਅ ਤੇ ਉਹ ਬੈਨ ਹੈ। ਫਿਜੀ ਇੱਕ ਛੋਟਾ ਜਿਹਾ ਦੇਸ਼ ਹੈ ਜਿੱਥੇ ਇਸ ਦਾ ਪੂਰੀ ਤਰ੍ਹਾਂ ਦੇ ਉੱਤੇ ਬੈਨ ਹੈ। ਸੋ ਸਾਰੇ ਯੂਰਪ ਨੇ ਜਦੋਂ ਬੈਨ ਕਰਤੀ ਹੈ, ਲੇਕਿਨ ਇੰਡੀਆ ਵਰਗੇ ਮੁਲਕ 'ਚ ਅੱਜ ਵੀ ਚੱਲ ਰਹੀ ਹੈ। ਔਰ ਇਹ ਦੋਸਤੋ ਇਹ ਖਤਰਨਾਕ ਹੈ। ਜੇ ਅਸੀਂ ਅੱਜ ਨਾ ਜਾ ਕੇ ਤਾਂ ਸਾਡਾ ਹਾਲ ਵੀ ਵੀਅਤਨਾਮ, ਸਾਡਾ ਹਾਲ ਵੀ ਬਹੁਤ ਸਾਰੇ ਪਿੰਡਾਂ 'ਚ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਬਹੁਤ ਸਾਰੇ ਖੇਤੀਬਾੜੀ ਸੈਕਟਰ ਦੇ ਵਿੱਚ ਰਾਉਂਡ ਅਪ ਨੂੰ ਖੁੱਲਾ ਵਰਤਿਆ ਜਾ ਰਿਹਾ ਔਰ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਹਦੇ ਸਾਈਡ ਇਫੈਕਟਸ ਬਾਰੇ ਕਿ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖਰਾਬ ਕਰੇਗੀ, ਕਿ ਇਹ ਕੈਂਸਰ ਵੀ ਬਣੇਗਾ ਇਸ ਦੇ ਨਾਲ, ਇਹਦੇ ਨਾਲ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਛਮਾਏ ਜੰਮਣਗੇ, ਇਹਦੇ ਨਾਲ ਸਾਡੇ ਬੱਚੇ ਆਟਿਜ਼ਮ, ਮੰਦਬੁੱਧੀ, ADHD, ਗੁਰਦੇ ਫੇਲ ਜਾਂ ਇਨਫਰਟੀਲਿਟੀ, ਇਵਨ ਦੋ ਤੁਸੀਂ ਦੇਖਿਆ ਹੋਵੇਗਾ ਕਿ ਹਰ ਸ਼ਹਿਰ ਦੇ ਵਿੱਚ ਹੁਣ ਪ੍ਰਜਨਨ ਕੇਂਦਰ ਜਿਹੜੇ ਖੁੱਲ ਚੁੱਕੇ ਆ, ਉਹ ਇੱਕ ਕਾਰਨ ਇਹ ਵੀ ਮੰਨ ਰਹੇ ਆ। ਔਰ ਇੱਕ ਹੋਰ ਛੋਟੀ ਜਿਹੀ ਲਾਸਟ ਜਾਣਕਾਰੀ ਹੁੰਦੀ ਹੈ ਕਿ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਨੇ ਇੱਕ ਜੈਨੇਟਿਕ DNA ਅਡਕਟਰ ਟੈਸਟ ਕਰਵਾਇਆ ਸੀ। ਉਹ 'ਚ ਸੀਗੇ 36 ਬੱਚਿਆਂ ਦੇ ਉੱਪਰ ਇਹ ਟੈਸਟ ਕਰਵਾਇਆ ਗਿਆ ਸੀ। ਉਹਦੇ ਵਿੱਚੋਂ 12 ਬੱਚਿਆਂ ਦੇ ਵਿੱਚ ਇਹ ਗਲਾਈਫੋਸੇਟ ਦੀ ਪ੍ਰੈਜ਼ੈਂਸ ਪਾਈ ਗਈ ਆ। ਉਹਨਾਂ ਦੇ DNA ਅਡਕਟਰ ਟੈਸਟ ਤੁਹਾਨੂੰ ਪਿਨ ਪੁਆਇੰਟ ਕਰਕੇ ਦੱਸਦਾ ਹੈ ਕਿ ਐਗਜ਼ੈਕਟ ਇਸ ਬੱਚੇ ਦੇ ਵਿੱਚ ਜੈਨੇਟਿਕ ਜਦੋਂ ਮਿਊਟੇਸ਼ਨ ਹੋਈ ਹੋਣੀ, ਉਹਦਾ ਐਗਜ਼ੈਕਟ ਕਾਰਨ ਕੀ ਸੀ। ਤਾਂ ਐਗਜ਼ੈਕਟ ਉਹਦੇ ਚੋਂ ਇੱਕ ਪਿਨ ਪੁਆਇੰਟ ਜਿਹੜੇ ਉਹਦੇ ਮਿਊਟੇਸ਼ਨ ਦੇ ਵਿੱਚ ਪਿਨ ਪੁਆਇੰਟ ਜਿਹੜਾ ਰਿਹਾ ਉਹ ਗਲਾਈਫੋਸੇਟ ਵੀ ਹੈ। ਤੇ ਗਲਾਈਫੋਸੇਟ ਜਿਹੜਾ ਹੈ ਸਾਡੇ ਆਉਣ ਵਾਲੀਆਂ ਨਸਲਾਂ ਦੇ ਵਿੱਚ ਬੈਠ ਚੁੱਕਾ ਹੈ। ਘਾਹ ਦੀਆਂ ਜੜ੍ਹਾਂ 'ਚ ਨਹੀਂ ਬੈਠਾ, ਇਹ ਸਾਡੀਆਂ ਆਉਣ ਵਾਲੀਆਂ ਜੜ੍ਹਾਂ 'ਚ ਬੈਠ ਜਾਏਗਾ, ਆਉਣ ਵਾਲੀ ਨਸਲਾਂ ਦੀ ਜੜ੍ਹਾਂ 'ਚ ਬੈਠ ਜਾਏਗਾ। ਸੋ ਦੋਸਤੋ, ਜਿੰਨੇ ਵੀ ਲੋਕ ਸੁਣ ਰਹੇ ਆ, ਇਹ ਵਲੰਟਰਲੀ ਇੱਕ ਤਾਂ ਇਸ ਨੂੰ ਆਪਦੇ ਘਰਾਂ 'ਚੋਂ ਇਸ ਨੂੰ ਕੱਢਣ, ਇੱਕ ਜਿਹੜੇ ਇਨਵਾਇਰਨਮੈਂਟਲ ਹੈਲਥ ਐਕਸ਼ਨ ਜਿਹੜੇ ਗਰੁੱਪ ਨੇ ਉਹਨਾਂ ਨੂੰ ਇਸ ਤੇ ਚਿੰਤਾ ਕਰਨੀ ਚਾਹੀਦੀ ਹੈ। ਔਰ ਕਾਨ ਸਿੰਘ ਪੰਨੂ ਵਰਗੇ ਜਿਹੜੇ IAS ਨੇ ਉਹਨਾਂ ਨੂੰ ਦੁਬਾਰਾ ਤੋਂ ਫਿਰ ਇਸ ਤੇ ਵਿਚਾਰ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਕੰਪਲੀਟ ਬੈਨ ਕਿਸ ਤਰ੍ਹਾਂ ਕੀਤਾ ਜਾ ਸਕੇ। ਸੋ ਦੋਸਤੋ, ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਜਾਣਕਾਰੀ ਪਸੰਦ ਆਈ ਹੋਵੇਗੀ ਔਰ ਇਸ ਨੂੰ ਅੱਡ-ਅੱਡ ਗਰੁੱਪਾਂ ਦੇ ਵਿੱਚ, ਅੱਡ-ਅੱਡ ਤੁਹਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇਸ ਨੂੰ ਇਹ ਜਾਣਕਾਰੀ ਘਰ-ਘਰ ਪਹੁੰਚ ਸਕੇ ਔਰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ। ਸ਼ੁਕਰੀਆ।